ਅੱਜ ਤੋਂ ਕਈ 100 ਸਾਲ ਪਹਿਲਾਂ ਇੱਕ ਸ਼ਹਿਰ ਆਪਣੀ ਵਪਾਰਿਕ ਤਰੱਕੀ ਦੀ ਵਜ੍ਹਾ ਨਾਲ ਦੂਰ-ਦੂਰ ਤੱਕ ਜਾਣਿਆ ਜਾਂਦਾ ਸੀ। ਇਸੇ ਸ਼ਹਿਰ ਦੇ ਇੱਕ ਚੌਰਾਹੇ 'ਤੇ ਹਰ ਐਤਵਾਰ ਵਾਲੇ ਦਿਨ ਇੱਕ ਅਜੀਬ ਮੰਜ਼ਰ ਦੇਖਣ ਨੂੰ ਮਿਲਦਾ। ਇਸ ਦਿਨ ਸ਼ਹਿਰ ਦਾ ਇੱਕ ਅਮੀਰ ਵਿਅਕਤੀ ਆਪਣੇ ਹੱਥ ਵਿੱਚ ਇੱਕ ਕੋੜਾ ਫੜ ਕੇ ਉੱਚੀ ਆਵਾਜ਼ ਵਿੱਚ ਪੁਕਾਰਦਾ ਹੈ ਕਿ ਕੋਈ ਹੈ ਜੋ ਮੈਨੂੰ ਕੋੜੇ ਮਾਰੇ, ਮੇਰੀ ਕਮਰ 'ਤੇ ਜ਼ਖਮ ਲਗਾਵੇ, ਮੈਂ ਬਦਲੇ ਵਿੱਚ ਉਸ ਨੂੰ ਇਨਾਮ ਦੇਵਾਂਗਾ। ਉਸ ਧਨੀ ਵਿਅਕਤੀ ਦਾ ਨਾਮ ਹਾਮਿਦ ਸੀ, ਜੋ ਉੱਚੀ ਆਵਾਜ਼ ਵਿੱਚ ਪੁਕਾਰਦਾ ਹੈ ਤੇ ਲੋਕਾਂ ਦੀਆਂ ਮਿੰਨਤਾਂ ਕਰਦਾ ਕਿ ਤੁਹਾਨੂੰ ਖੁਦਾ ਦਾ ਵਾਸਤਾ ਮੇਰੀ ਇਸ ਕਮਰ 'ਤੇ ਕੋੜੇ ਮਾਰੋ ਤੇ ਬਦਲੇ ਵਿੱਚ ਮੇਰੇ ਤੋਂ ਸਿੱਕੇ ਲੈ ਲਵੋ। ਸ਼ਹਿਰ ਦੇ ਲੋਕ ਬੜੀ ਹੈਰਾਨੀ ਨਾਲ ਉਸ ਨੂੰ ਦੇਖਦੇ, ਕਿਉਂਕਿ ਇਸ ਸ਼ਹਿਰ ਦੇ ਲੋਕ ਰੱਬ ਨੂੰ ਮੰਨਣ ਵਾਲੇ ਤੇ ਉਸ ਤੋਂ ਡਰਨ ਵਾਲੇ ਸੀ। ਪਰ ਕਹਿੰਦੇ ਹੁੰਦੇ ਨੇ ਕਿ ਪੰਜੋਂ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਿਸੇ ਤਰ੍ਹਾਂ ਹਾਮਿਦ ਨੂੰ ਵੀ ਐਸਾ ਵਿਅਕਤੀ ਮਿਲ ਹੀ ਗਿਆ ਜੋ ਇਸ ਦੀ ਕਮਰ ਨੂੰ ਜ਼ਖਮੀ ਕਰਦਾ ਤੇ ਬਦਲੇ ਵਿੱਚ ਇਸ ਦੀ ਦੌਲਤ ਲੈ ਲੈਂਦਾ। ਇੱਧਰ ਸ਼ਹਿਰ ਦਾ ਬਾਦਸ਼ਾਹ ਬਹੁਤ ਹੀ ਨੇਕ ਦਿਲ ਤੇ ਖੁਦਾ ਨੂੰ ਮੰਨਣ ਵਾਲਾ ਇਨਸਾਨ ਸੀ। ਬਾਦਸ਼ਾਹ ਦੀ ਹਮੇਸ਼ਾ ਇਹ ਆਦਤ ਸੀ ਕਿ ਉਹ ਬਾਜ਼ਾਰਾਂ ਵਿੱਚ ਭੇਸ ਬਦਲ ਕੇ ਜਾਂਦਾ ਤੇ ਆਪਣੀ ਪ੍ਰਜਾ ਦੇ ਹਾਲਾਤ ਜਾਣਦਾ। ਇੱਕ ਦਿਨ ਇਤਫਾਕ ਦੇ ਨਾਲ ਬਾਦਸ਼ਾਹ ਭੇਸ ਬਦਲ ਕੇ ਬਾਜ਼ਾਰ ਦਾ ਦੌਰਾ ਕਰ ਰਿਹਾ ਸੀ ਕਿ ਉਸ ਨੂੰ ਇੱਕ ਜਗ੍ਹਾ ਲੋਕਾਂ ਦੀ ਭੀੜ ਲੱਗੀ ਹੋਈ ਨਜ਼ਰ ਆਈ। ਜਦੋਂ ਉਸਨੇ ਨੇੜੇ ਜਾ ਕੇ ਵੇਖਿਆ, ਉਸ ਨੂੰ ਬੜੀ ਹੈਰਾਨੀ ਹੋਈ ਕਿ ਇੱਕ ਵਿਅਕਤੀ ਉੱਪਰ ਬੁਰੇ ਤਰੀਕੇ ਨਾਲ ਕੋੜਿਆਂ ਦੀ ਵਰਖਾ ਹੋ ਰਹੀ ਹੈ ਤੇ ਉਸ ਦੀ ਕਮਰ ਤੋਂ ਖੂਨ ਵਹਿ ਰਿਹਾ ਹੈ। ਬਾਦਸ਼ਾਹ ਨੇ ਆਪਣੇ ਸਾਥੀ ਨੂੰ ਪੁੱਛਿਆ ਕਿ ਇਹ ਵਿਅਕਤੀ ਕੌਣ ਹੈ ਤੇ ਇਸ ਨੂੰ ਕਿਸ ਗੁਨਾਹ ਦੀ ਸਜ਼ਾ ਮਿਲ ਰਹੀ ਹੈ। ਸਲਾਹਕਾਰ ਬੋਲਿਆ ਕਿ ਜਨਾਬ, ਨਾ ਤਾਂ ਇਸ ਆਦਮੀ ਨੂੰ ਕਿਸੇ ਗੁਨਾਹ ਦੀ ਸਜ਼ਾ ਦਿੱਤੀ ਗਈ ਹੈ ਤੇ ਨਾ ਹੀ ਮਾਰਨ ਵਾਲਾ ਕੋਈ ਜੱਲਾਦ ਹੈ। ਇਸ ਆਦਮੀ ਦਾ ਨਾਮ ਹਾਮਿਦ ਹੈ ਤੇ ਉਹ ਹਰ ਐਤਵਾਰ ਦੇ ਦਿਨ ਬਾਜ਼ਾਰ ਵਿੱਚ ਇਸ ਲਈ ਆਉਂਦਾ ਹੈ ਕਿ ਕੋਈ ਵਿਅਕਤੀ ਕਮਰ 'ਤੇ ਕੋੜੇ ਮਾਰੇ ਤੇ ਉਦੋਂ ਤੱਕ ਨਾ ਰੁਕੇ ਜਦੋਂ ਤੱਕ ਇਸ ਦੀ ਕਮਰ ਤੋਂ ਖੂਨ ਨਾ ਵਹਿਣ ਲੱਗੇ। ਹਜ਼ੂਰ, ਇਹ ਆਦਮੀ ਨਾ ਤਾਂ ਸਿਰਫ ਕੋੜੇ ਖਾਂਦਾ ਹੈ, ਸਗੋਂ ਮਾਰਨ ਵਾਲੇ ਨੂੰ ਚੰਗੀ ਖਾਸੀ ਰਕਮ ਵੀ ਦਿੰਦਾ ਹੈ। ਬਾਦਸ਼ਾਹ ਨੇ ਆਪਣੇ ਸਾਥੀ ਦੀ ਗੱਲ ਸੁਣੀ ਤੇ ਕਿਹਾ ਕਿ ਜੇਕਰ ਇਹ ਗੱਲ ਹੈ ਤਾਂ ਅੱਜ ਇਸ ਆਦਮੀ ਨੂੰ ਇੱਥੋਂ ਜਾਣ ਨਾ ਦੇਣਾ, ਉਸ ਨੂੰ ਮੇਰੇ ਦਰਬਾਰ ਵਿੱਚ ਪੇਸ਼ ਕਰੋ। ਮੈਂ ਵੀ ਇਹ ਜਾਣਨਾ ਚਾਹੁੰਦਾ ਹਾਂ ਕਿ ਇਹ ਕੌਣ ਸ਼ਖਸ ਹੈ ਜੋ ਆਪਣੇ ਉੱਤੇ ਇੰਨਾ ਜ਼ੁਲਮ ਕਿਉਂ ਕਰਵਾਉਂਦਾ ਹੈ। ਹਾਮਿਦ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਹਾਮਿਦ ਆਪਣੀ ਜ਼ਖਮੀ ਕਮਰ ਦੇ ਨਾਲ ਬਾਦਸ਼ਾਹ ਦੇ ਕੋਲ ਪਹੁੰਚ ਗਿਆ। ਬਾਦਸ਼ਾਹ ਨੇ ਹਾਮਿਦ ਨੂੰ ਕਿਹਾ ਕਿ ਮੈਂ ਬਾਜ਼ਾਰ ਵਿੱਚ ਆਪਣੀਆਂ ਅੱਖਾਂ ਦੇ ਨਾਲ ਤੈਨੂੰ ਕੋੜੇ ਖਾਂਦੇ ਹੋਇਆਂ ਵੇਖਿਆ ਹੈ। ਹੁਣ ਮੈਨੂੰ ਦੱਸ ਦੇ ਕਿ ਤੂੰ ਆਪਣੀ ਕਮਰ 'ਤੇ ਕੋੜੇ ਕਿਉਂ ਖਾਂਦਾ ਹੈ ਤੇ ਇਸ ਦੇ ਬਦਲੇ ਲੋਕਾਂ ਨੂੰ ਰਕਮ ਵੀ ਦਿੰਦਾ ਹੈ। ਇਸ ਤਰ੍ਹਾਂ ਕਿਉਂ? ਬਾਦਸ਼ਾਹ ਨੇ ਕਿਹਾ ਕਿ ਤੂੰ ਕੋਈ ਜਾਦੂਗਰ ਤਾਂ ਨਹੀਂ? ਹਾਮਿਦ ਬੋਲਿਆ, ਮੈਂ ਤੁਹਾਡੇ ਇਸ ਦਰਬਾਰ ਦੇ ਵਿੱਚ ਜ਼ਿਆਦਾ ਦੇਰ ਖੜਾ ਰਹਿਣ ਦੇ ਕਾਬਿਲ ਵੀ ਨਹੀਂ ਹਾਂ। ਦੁਨੀਆ ਵਿੱਚ ਮੇਰੇ ਵਰਗਾ ਬਦਨਸੀਬ, ਲਾਲਚੀ ਤੇ ਜ਼ਾਲਮ ਸ਼ਾਇਦ ਹੀ ਕੋਈ ਹੋਵੇ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਬਦਕਿਸਮਤ ਦੀ ਕਹਾਣੀ ਸੁਣ ਕੇ ਆਪਣਾ ਸਮਾਂ ਬਰਬਾਦ ਨਾ ਕਰੋ। ਜਦੋਂ ਬਾਦਸ਼ਾਹ ਨੇ ਜਿੱਦ ਕੀਤੀ ਤਾਂ ਹਾਮਿਦ ਨੇ ਆਪਣੀ ਕਹਾਣੀ ਇਸ ਤਰ੍ਹਾਂ ਸ਼ੁਰੂ ਕੀਤੀ। ਹਜ਼ੂਰ, ਇਸ ਸ਼ਹਿਰ ਤੋਂ ਦੂਰ ਇੱਕ ਬਸਤੀ ਹੈ ਜਿੱਥੇ ਕਈ ਵਾਰ ਸਾਲ ਭਰ ਮੀਂਹ ਨਹੀਂ ਪੈਂਦਾ, ਜਿਸ ਕਾਰਨ ਖੇਤੀਬਾੜੀ ਕਰਨਾ ਮੁਸ਼ਕਿਲ ਹੁੰਦਾ ਹੈ। ਇਸੇ ਵਜ੍ਹਾ ਕਾਰਨ ਉਸ ਬਸਤੀ 'ਤੇ ਗਰੀਬੀ ਭਾਰੀ ਪੈ ਜਾਂਦੀ ਹੈ। ਉਸ ਬਸਤੀ ਵਿੱਚ ਹਰ ਵਿਅਕਤੀ ਗਰੀਬ ਸੀ, ਪਰ ਸਿਰਫ ਇੱਕ ਵਿਅਕਤੀ ਸੀ ਜੋ ਬਹੁਤ ਅਮੀਰ ਸੀ। ਉਸ ਦੇ ਕੋਲ ਦੌਲਤ ਦੇ ਢੇਰ ਸੀ, ਜਿਵੇਂ ਰੱਬ ਨੇ ਆਪਣਾ ਸਾਰਾ ਖਜ਼ਾਨਾ ਉਸ ਦੇ ਹਵਾਲੇ ਕਰ ਦਿੱਤਾ ਹੋਵੇ। ਹਜ਼ੂਰ, ਉਹ ਵਿਅਕਤੀ ਬਹੁਤ ਹੀ ਜ਼ਾਲਮ ਤੇ ਲਾਲਚੀ ਵੀ ਸੀ। ਉਹ ਕਦੇ ਵੀ ਕਿਸੇ ਗਰੀਬ ਦੀ ਦੌਲਤ ਹਥਿਆਉਣ ਦਾ ਇੱਕ ਮੌਕਾ ਵੀ ਨਹੀਂ ਜਾਣ ਦਿੰਦਾ ਸੀ।
ਜਦੋਂ ਵੀ ਕਿਸੇ ਗਰੀਬ 'ਤੇ ਕੋਈ ਮੁਸੀਬਤ ਆਉਂਦੀ ਉਸ ਨੂੰ ਇਸ ਗੱਲ ਵਿੱਚ ਬਹੁਤ ਖੁਸ਼ੀ ਮਿਲਦੀ। ਬਾਦਸ਼ਾਹ ਨੇ ਹੈਰਾਨੀ ਨਾਲ ਪੁੱਛਿਆ, ਤੇਰੇ ਕੋਲੇ ਖਾਣ ਨਾਲ ਉਸ ਵਿਅਕਤੀ ਦਾ ਕੀ ਸੰਬੰਧ? ਹਾਮਿਦ ਬੋਲਿਆ, ਜਨਾਬ, ਬਹੁਤ ਹੀ ਗਹਿਰਾ ਸੰਬੰਧ ਹੈ, ਕਿਉਂਕਿ ਉਹ ਸ਼ਖਸ ਮੈਂ ਹੀ ਹਾਂ ਜੋ ਤੁਹਾਡੇ ਸਾਹਮਣੇ ਖੜਾ ਇੱਕ ਕਹਾਣੀ ਬਿਆਨ ਕਰ ਰਿਹਾ ਹੈ। ਮੇਰੀ ਮਲਕੀਅਤ ਵਿੱਚ ਇੱਕ ਵੱਡਾ ਪਹਾੜ ਸੀ ਜਿਹੜੇ ਵਿੱਚ ਬਹੁਤ ਕੀਮਤੀ ਪੱਥਰ ਨਿਕਲਦਾ ਸੀ। ਉਹ ਪੱਥਰ ਸੋਹਣੀਆਂ ਇਮਾਰਤਾਂ ਬਣਾਉਣ ਲਈ ਵਰਤਿਆ ਜਾਂਦਾ ਸੀ। ਵੱਡੇ ਵੱਡੇ ਸ਼ਹਿਰਾਂ ਵਿੱਚ ਸ਼ਾਇਦ ਹੀ ਕੋਈ ਐਸਾ ਸ਼ਹਿਰ ਹੋਵੇ ਜਿਹਦੇ ਪਹਾੜ ਵਿੱਚ ਇਹ ਪੱਥਰ ਦੀ ਵਰਤੋਂ ਨਾ ਹੋਈ ਹੋਵੇ। ਇੱਥੋਂ ਤੱਕ ਕਿ ਤੁਹਾਡੇ ਇਸ ਦਰਬਾਰ ਨੂੰ ਬਣਾਉਣ ਵਿੱਚ ਵੀ ਉਸ ਪਹਾੜ ਦੇ ਪੱਥਰ ਦੀ ਵਰਤੋਂ ਕੀਤੀ ਗਈ ਹੈ। ਉਹ ਅਜੇ ਵੀ ਮੇਰੀ ਮਲਕੀਅਤ ਵਿੱਚ ਹੈ। ਮੇਰੀ ਬਸਤੀ ਦੇ ਲਗਭਗ ਸਾਰੇ ਲੋਕ ਮੇਰੇ ਕੋਲ ਮਜ਼ਦੂਰੀ ਕਰਦੇ ਸੀ। ਬਸਤੀ ਦੇ ਲੋਕ ਮਜਬੂਰੀ ਵਿੱਚ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਮੇਰੇ ਵਰਗੇ ਜ਼ਾਲਮ ਨੂੰ ਕਹਿੰਦੇ ਸੀ। ਮੈਂ ਮਜ਼ਦੂਰਾਂ ਨੂੰ ਦਿਹਾੜੀ ਦਿੰਦੇ ਸਮੇਂ ਇੱਕ ਖਾਸ ਤਰ੍ਹਾਂ ਦੀ ਸ਼ਰਤ ਲਾਈ ਹੋਈ ਸੀ। ਮੈਂ ਮਜ਼ਦੂਰਾਂ ਦੀ ਦਿਨ ਭਰ ਦੀ ਮਿਹਨਤ ਦਾ ਮੁਆਵਜ਼ਾ ਉਦੋਂ ਹੀ ਦਿੰਦਾ ਸੀ ਜਦੋਂ ਮੈਂ ਉਹਨਾਂ ਦੀ ਕਮਰ ਨੂੰ ਦੇਖਦਾ। ਜਿਹੜੇ ਮਜ਼ਦੂਰ ਦੀ ਕਮਰ ਪੱਥਰ ਢੋਣ ਨਾਲ ਜ਼ਖਮੀ ਹੋਈ ਹੋਵੇ ਤੇ ਖੂਨ ਵਹਿ ਰਿਹਾ ਹੋਵੇ ਤਾਂ ਹੀ ਉਸ ਨੂੰ ਉਸ ਦਿਨ ਦੀ ਦਿਹਾੜੀ ਮਿਲਦੀ ਸੀ। ਸ਼ਾਮ ਨੂੰ ਗਰੀਬ ਮਜ਼ਦੂਰ ਇੱਕ ਕਤਾਰ ਵਿੱਚ ਖੜੇ ਹੋ ਜਾਂਦੇ ਤੇ ਹਰ ਇੱਕ ਮਜ਼ਦੂਰ ਆਪਣੀ ਕਮਰ ਤੋਂ ਕੱਪੜਾ ਹਟਾ ਕੇ ਦਿਖਾਉਂਦਾ। ਜਿਸ ਦੀ ਕਮਰ ਤੋਂ ਖੂਨ ਨਿਕਲ ਰਿਹਾ ਹੋਵੇ ਜਾਂ ਜਿਸ ਦੀ ਕਮਰ 'ਤੇ ਜ਼ਖਮਾਂ ਦੇ ਨਿਸ਼ਾਨ ਹੁੰਦੇ ਉਸ ਨੂੰ ਉਸ ਦਿਨ ਦੀ ਦਿਹਾੜੀ ਮਿਲ ਜਾਂਦੀ ਸੀ। ਉਹ ਗਰੀਬ ਘਰ ਪਰਿਵਾਰ ਲਈ ਖਾਣ ਪੀਣ ਦਾ ਇੰਤਜ਼ਾਮ ਹੋਣ ਦੀ ਆਸ ਵਿੱਚ ਆਪਣੀ ਕਮਰ 'ਤੇ ਦਰਦ ਨੂੰ ਭੁਲਾ ਦਿੰਦੇ ਸੀ। ਮੇਰੇ ਲਾਲਚ ਨੇ ਮੇਰੇ ਦਿਮਾਗ 'ਤੇ ਐਸਾ ਮਲਬਾ ਪਾਇਆ ਕਿ ਮੈਂ ਇੱਕ ਜ਼ਾਲਿਮ ਦਰਿੰਦਾ ਬਣ ਗਿਆ ਜਿਹਦੇ ਕੋਲ ਦੌਲਤ ਦੀ ਕੋਈ ਕਮੀ ਨਹੀਂ ਸੀ। ਤੇ ਉਸ ਤੋਂ ਵੱਧ ਕੇ ਖੁਦਾ ਨੇ ਮੈਨੂੰ ਔਲਾਦ ਦੀ ਦਾਤ ਨਾਲ ਵੀ ਨਵਾਜ਼ਿਆ। ਸੁਣਿਆ ਹੈ ਕਿ ਜਦੋਂ ਇਨਸਾਨ ਦੀ ਆਪਣੀ ਔਲਾਦ ਹੋ ਜਾਵੇ ਤਾਂ ਉਸ ਵਿੱਚ ਰਹਿਮਦਿਲੀ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ। ਪਰ ਬੇਟੇ ਦੀ ਪੈਦਾਇਸ਼ ਨੇ ਵੀ ਮੇਰੀਆਂ ਅੱਖਾਂ 'ਤੇ ਬੰਨੀ ਪੱਟੀ ਨਾ ਖੋਲ੍ਹੀ। ਮੇਰਾ ਬੇਟਾ ਹਜੇ ਛੋਟੀ ਉਮਰ ਦਾ ਸੀ ਤੇ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਉਹ ਮੇਰੇ ਇਸ ਕੰਮ ਨੂੰ ਪਸੰਦ ਨਹੀਂ ਕਰਦਾ। ਇਸੇ ਵਜ੍ਹਾ ਕਰਕੇ ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਬੇਟੇ ਨੂੰ ਪੜ੍ਹਾਈ ਦੇ ਬਹਾਨੇ ਸ਼ਹਿਰ ਭੇਜ ਦਿੱਤਾ ਤਾਂ ਜੋ ਮੈਨੂੰ ਆਪਣੇ ਬੇਟੇ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤਰ੍ਹਾਂ ਮੇਰਾ ਬੇਟਾ ਸ਼ਹਿਰ ਦੀ ਇੱਕ ਪਾਠਸ਼ਾਲਾ ਵਿੱਚ ਪੜ੍ਹਨ ਚਲਾ ਗਿਆ ਤੇ ਮੈਂ ਆਪਣੇ ਅਤਿਆਚਾਰ ਵਾਲੇ ਕੰਮਾਂ ਵਿੱਚ ਕਈ ਸਾਲ ਬਿਤਾ ਦਿੱਤੇ। ਕਈ ਵਾਰ ਇੱਦਾਂ ਹੁੰਦਾ ਸੀ ਕਿ ਪਹਾੜ 'ਤੇ ਮਜ਼ਦੂਰੀ ਕਰਨ ਵਾਲਾ ਕੋਈ ਨਾ ਕੋਈ ਮਜ਼ਦੂਰ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦਾ। ਬਾਦਸ਼ਾਹ ਤੇ ਉਹਦੇ ਦਰਬਾਰੀ ਬੜੀ ਗੌਰ ਨਾਲ ਹਾਸਿਦ ਦੀ ਦਾਸਤਾਨ ਸੁਣਦੇ ਜਾ ਰਹੇ ਸੀ। ਪਰ ਹਾਮਿਦ ਅਚਾਨਕ ਕੁਝ ਟਾਈਮ ਲਈ ਖਾਮੋਸ਼ ਹੋ ਗਿਆ ਤੇ ਉਹਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ। ਫਿਰ ਉਹ ਕਹਿਣ ਲੱਗਾ, ਹਜੂਰ, ਮੇਰੇ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਦੀ ਬਹੁਤ ਹੀ ਕਮਜ਼ੋਰ ਹਾਲਤ ਸੀ। ਉਹ ਮਜ਼ਦੂਰ ਆਪਣੀ ਪਤਨੀ ਤੇ 2 ਧੀਆਂ ਦੀ ਪਰਵਰਿਸ਼ ਕਰਦਾ ਸੀ। ਪਰ ਫਿਰ ਵੀ ਸਭ ਤੋਂ ਜ਼ਿਆਦਾ ਉਹੀ ਮਜ਼ਦੂਰ ਮੇਰੇ ਜ਼ੁਲਮ ਦਾ ਸ਼ਿਕਾਰ ਬਣਦਾ ਸੀ। ਸੋ ਆਪਣੀ ਕਮਜ਼ੋਰੀ ਦੀ ਵਜ੍ਹਾ ਨਾਲ ਉਹ ਆਪਣੀ ਕਮਰ 'ਤੇ ਇੱਕ ਕੱਪੜਾ ਰੱਖ ਕੇ ਪੱਥਰ ਢੋਂਦਾ ਸੀ ਤੇ ਸ਼ਾਮ ਨੂੰ ਮੈਨੂੰ ਦਿਖਾਉਂਦਾ ਸੀ ਕਿ ਸਭ ਤੋਂ ਜ਼ਿਆਦਾ ਉਸਨੇ ਕੰਮ ਕੀਤਾ ਹੈ। ਪਰ ਮੈਂ ਆਪਣੀ ਸ਼ਰਤ 'ਤੇ ਕਾਇਮ ਰਹਿੰਦਾ ਤੇ ਉਸ ਤੋਂ ਜ਼ਖਮੀ ਕਮਰ ਦਿਖਾਉਣ ਦੀ ਮੰਗ ਕਰਦਾ। ਜਦੋਂ ਉਹ ਆਪਣੇ ਜ਼ਖਮ ਨਾ ਦਿਖਾ ਪਾਉਂਦਾ ਤਦ ਮੈਂ ਉਸ ਨੂੰ ਖਾਲੀ ਹੱਥ ਵਾਪਿਸ ਭੇਜ ਦਿੰਦਾ। ਹਜੂਰ, ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਇਸ ਗਰੀਬ ਨੇ ਲਗਾਤਾਰ 3 ਦਿਨ ਕੰਮ ਕੀਤਾ ਪਰ 3 ਦਿਨਾਂ ਵਿੱਚ ਵੀ ਉਹਦੀ ਕਮਰ ਜ਼ਖਮੀ ਨਾ ਹੋਈ। ਮੈਂ ਆਪਣੇ ਮਨ ਵਿੱਚ ਖੁਸ਼ ਹੋ ਰਿਹਾ ਸੀ ਕਿ ਬਿਨਾਂ ਹੱਥ ਦਿਹਾੜੀ ਦਿੱਤੇ ਕੰਮ ਹੋ ਰਿਹਾ ਹੈ। ਮੈਂ ਉਹਨੂੰ 3 ਦਿਨ ਲਗਾਤਾਰ ਪੈਸੇ ਨਹੀਂ ਦਿੱਤੇ ਤੇ ਹਰ ਵਾਰ ਖਾਲੀ ਹੱਥ ਹੀ ਵਾਪਿਸ ਭੇਜ ਦਿੱਤਾ। ਹਰ ਵਾਰ ਉਹ ਗਰੀਬ ਮੇਰੇ ਸਾਹਮਣੇ ਹੰਝੂ ਵਹਾ ਕੇ ਬੇਨਤੀ ਕਰਦਾ ਸੀ ਕਿ ਜੇਕਰ ਦਿਹਾੜੀ ਨਹੀਂ ਤਾਂ ਖੁਦਾ ਦੇ ਵਾਸਤੇ ਕੁਝ ਖਾਣ ਨੂੰ ਹੀ ਦੇ ਦਿਓ।
ਤਦ ਮੇਰੇ ਪਰਿਵਾਰ ਦਾ ਪੇਟ ਭਰ ਸਕੇ। ਹਜ਼ੂਰ, ਮੈਨੂੰ ਯਕੀਨ ਹੈ ਕਿ ਜੇਕਰ ਉਹ ਗਰੀਬ ਕਿਸੇ ਪੱਥਰ ਦੇ ਸਾਹਮਣੇ ਵੀ ਬੇਨਤੀ ਕਰਦਾ ਤਾਂ ਉਹ ਪੱਥਰ ਵੀ ਪਿਘਲ ਜਾਂਦਾ, ਪਰ ਮੇਰੇ ਵਰਗਾ ਜ਼ਾਲਮ 'ਤੇ ਏਦਾਂ ਕੋਈ ਅਸਰ ਨਾ ਹੋਇਆ। ਉਸ ਦੇ ਬੀਵੀ ਬੱਚੇ 3 ਦਿਨ ਤੋਂ ਭੁੱਖੇ ਸੀ। ਉਹ ਘਰ ਜਾਂਦਾ ਤਾਂ ਉਸ ਦੀ ਪਤਨੀ ਉਸ ਤੋਂ ਪੁੱਛਦੀ ਕਿ ਕੁਝ ਖਾਣ ਲਈ ਲਿਆਇਆ ਕਿ ਨਹੀਂ, ਤੇ ਇਹ ਮਜ਼ਦੂਰ ਇਹੀ ਜਵਾਬ ਦਿੰਦਾ ਕਿ ਅੱਜ ਵੀ ਉਹ ਮਾਲਕ ਦੀ ਸ਼ਰਤ ਪੂਰੀ ਨਹੀਂ ਕਰ ਸਕਿਆ। ਹਜ਼ੂਰ, ਚੌਥੇ ਦਿਨ ਜਦੋਂ ਉਹ ਮਜ਼ਦੂਰ ਦਿਹਾੜੀ ਲੈਣ ਆਇਆ ਤਾਂ ਮੈਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ ਕਿ ਅੱਜ ਉਸ ਦੀ ਕਮਰ ਜ਼ਖਮੀ ਸੀ। ਮੈਂ ਤਾਂ ਸੋਚਿਆ ਸੀ ਕਿ ਅੱਜ ਵੀ ਉਸ ਨੂੰ ਦਿਹਾੜੀ ਨਹੀਂ ਦੇਣੀ ਪਵੇਗੀ, ਪਰ ਜੋ ਵੀ ਸੀ ਮੈਂ ਉਸ ਨੂੰ ਦਿਹਾੜੀ ਦੇ ਦਿੱਤੀ। ਉਸ ਨੇ ਕੰਬਦੇ ਹੋਏ ਹੱਥਾਂ ਨਾਲ ਪੈਸੇ ਫੜੇ ਤੇ ਆਪਣੇ ਘਰ ਲਈ ਰਵਾਨਾ ਹੋ ਗਿਆ, ਪਰ ਭੁੱਖ ਦੇ ਕਾਰਨ ਉਹ ਇਸ ਕਦਰ ਕਮਜ਼ੋਰ ਹੋ ਗਿਆ ਕਿ ਉਹ ਘਰ ਤੱਕ ਪਹੁੰਚ ਹੀ ਨਹੀਂ ਸਕਿਆ ਤੇ ਰਾਹ ਵਿੱਚ ਹੀ ਮਰ ਗਿਆ। ਅਗਲੇ ਦਿਨ ਮੇਰੇ ਦਰਵਾਜ਼ੇ 'ਤੇ ਦਸਤਕ ਹੋਈ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਇੱਕ ਔਰਤ ਮੇਰੇ ਦਰਵਾਜ਼ੇ ਦੇ ਸਾਹਮਣੇ ਖੜੀ ਹੋਈ ਸੀ। ਉਹਦੇ ਬੁੱਲ੍ਹ ਸੁੱਕੇ ਹੋਏ ਸੀ। ਉਹਦੇ ਚਿਹਰੇ 'ਤੇ ਰੌਣਕ ਇਸ ਤਰ੍ਹਾਂ ਗਾਇਬ ਸੀ ਜਿਵੇਂ ਰੇਤ ਦੇ ਮੈਦਾਨ ਤੋਂ ਪਾਣੀ। ਉਹਦੇ ਕੋਲ 2 ਨਿੱਕੀਆਂ ਬੱਚੀਆਂ ਸੀ ਜੋ ਆਪਣੀਆਂ ਅੱਖਾਂ ਦੇ ਵਿੱਚ ਅਣਜਾਣ ਖੌਫ ਲੈ ਕੇ ਖੜੀਆਂ ਸੀ। ਇਹ ਔਰਤ ਕਿਸੇ ਗਰੀਬ ਦੀ ਪਤਨੀ ਸੀ। ਮੈਂ ਜ਼ੁਲਮ ਦੇ ਪਹਾੜ ਤੋੜੇ ਸੀ। ਇਸ ਵਿਪਦਾ ਨੇ ਮੈਨੂੰ ਹੱਥ ਚੁੱਕ ਕੇ ਬਦਦੁਆਵਾਂ ਦਿੰਦੇ ਹੋਏ ਕਿਹਾ ਕਿ ਤੂੰ ਮੇਰੇ ਪਤੀ ਨੂੰ ਕਤਲ ਕਰ ਦਿੱਤਾ ਹੈ, ਮੈਂ ਤੇਰੀ ਸ਼ਿਕਾਇਤ ਕਰਾਂਗੀ। ਇੰਨਾ ਕਹਿ ਕੇ ਇਹ ਔਰਤ ਉੱਥੋਂ ਚਲੀ ਗਈ। ਉਸ ਦਿਨ ਤੋਂ ਮੈਂ ਭਾਰੀ ਦਬਾਅ ਮਹਿਸੂਸ ਸ਼ੁਰੂ ਕਰ ਦਿੱਤਾ। ਮੇਰੇ ਮਨ ਵਿੱਚ ਇੱਕ ਗੱਲ ਘੁੰਮਦੀ ਰਹੀ ਕਿ ਇਹ ਔਰਤ ਹੁਣ ਸਿੱਧਾ ਕਾਜੀ ਦੇ ਕੋਲ ਜਾਵੇਗੀ ਤੇ ਮੇਰੀ ਸ਼ਿਕਾਇਤ ਕਰੇਗੀ, ਤੇ ਜੇਕਰ ਕਾਜੀ ਕੋਲ ਮੇਰੀ ਸ਼ਿਕਾਇਤ ਹੋ ਗਈ ਤਾਂ ਯਕੀਨਨ ਮੈਨੂੰ ਮੌਤ ਦੀ ਸਜ਼ਾ ਮਿਲੇਗੀ। ਕੁਝ ਹੀ ਦਿਨਾਂ ਬਾਅਦ ਫਿਰ ਦਰਵਾਜ਼ੇ 'ਤੇ ਦਸਤਕ ਹੋਈ। ਹੁਣ ਜਦ ਮੈਂ ਖੁਦ ਵੀ ਡਰਿਆ ਹੋਇਆ ਸੀ ਤਾਂ ਮੈਂ ਨੌਕਰ ਨੂੰ ਭੇਜਿਆ। ਨੌਕਰ ਵਾਪਸ ਆਇਆ ਤੇ ਕਹਿਣ ਲੱਗਾ ਕਿ ਦਰਵਾਜ਼ੇ 'ਤੇ ਇੱਕ ਸਨੇਹਕਾਰ ਆਇਆ ਹੈ ਤੇ ਉਸ ਦੇ ਹੱਥ ਵਿੱਚ ਇੱਕ ਖੱਤ ਮੌਜੂਦ ਹੈ, ਤੇ ਮੈਂ ਸੋਚਿਆ ਕਿ ਜ਼ਰੂਰ ਉਸ ਔਰਤ ਨੇ ਕਾਜੀ ਕੋਲ ਮੇਰੀ ਸ਼ਿਕਾਇਤ ਕਰ ਦਿੱਤੀ ਹੈ ਤੇ ਇਹ ਸਨੇਹਕਾਰ ਵੀ ਕਾਜੀ ਨੇ ਹੀ ਭੇਜਿਆ ਹੋਵੇਗਾ। ਇਸ ਲਈ ਮੈਂ ਆਪਣੇ ਨੌਕਰ ਨੂੰ ਕਿਹਾ ਕਿ ਜਾ ਕੇ ਉਹਨੂੰ ਕਹਿ ਦੇ ਕਿ ਮੈਂ ਘਰ ਵਿੱਚ ਨਹੀਂ ਹਾਂ। ਇਸ ਤਰ੍ਹਾਂ ਉਹ ਸਨੇਹਕਾਰ ਵਾਪਿਸ ਚਲਾ ਗਿਆ। ਹੁਣ ਮੇਰੀ ਹਾਲਤ ਡਰ ਦੇ ਮਾਰੇ ਬਹੁਤ ਹੀ ਖਰਾਬ ਹੋਣ ਲੱਗੀ। ਮੇਰੇ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਵੀ ਹਰਾਮ ਹੋ ਗਈ। ਜਦੋਂ ਕਦੀ ਮੇਰੀ ਅੱਖ ਲੱਗ ਵੀ ਜਾਂਦੀ ਤਾਂ ਉਸ ਮਜ਼ਦੂਰ ਦੀ ਬੇਬਸ ਪਤਨੀ ਮੇਰੇ ਖ਼ੁਆਬ ਵਿੱਚ ਆਉਂਦੀ ਤੇ ਕਹਿੰਦੀ, ਮੈਂ ਤੇਰੀ ਸ਼ਿਕਾਇਤ ਕਰ ਦਿੱਤੀ ਹੈ, ਹੁਣ ਸਜ਼ਾ ਭੁਗਤਣ ਲਈ ਤਿਆਰ ਹੋ ਜਾ। ਇਸ ਤੋਂ ਬਾਅਦ ਉਸ ਦਾ ਹਾਸਾ ਸੁਣ ਕੇ ਮੇਰੀ ਨੀਂਦ ਖੁੱਲ੍ਹ ਜਾਂਦੀ। ਦੂਜੇ ਪਾਸੇ ਉਹ ਸਨੇਹਕਾਰ ਹਰ ਰੋਜ਼ ਮੇਰੇ ਦਰਵਾਜ਼ੇ 'ਤੇ ਆਉਂਦਾ ਤੇ ਮੈਂ ਹਰ ਵਾਰ ਉਸ ਨੂੰ ਵਾਪਸ ਭੇਜ ਦਿੰਦਾ, ਕਿਉਂਕਿ ਮੈਂ ਕਾਜੀ ਦੇ ਸਾਹਮਣੇ ਪੇਸ਼ ਨਹੀਂ ਸੀ ਹੋਣਾ ਚਾਹੁੰਦਾ। ਮੈਂ ਇਹੀ ਸੋਚਦਾ ਸੀ ਕਿ ਸ਼ਾਇਦ ਇਹ ਕੰਮ ਚਲਾਕੀ ਨਾਲ ਟਾਲਿਆ ਜਾ ਸਕੇ, ਪਰ ਕਹਿੰਦੇ ਹੁੰਦੇ ਆ ਨਾ ਕਿ ਰੱਬ ਦੀ ਲਾਠੀ ਆਵਾਜ਼ ਨਹੀਂ ਕਰਦੀ। ਰੱਬ ਨੇ ਜੋ ਮੈਨੂੰ ਮੌਕਾ ਦਿੱਤਾ ਸੀ, ਸ਼ਾਇਦ ਉਸ ਦੀ ਮਿਆਦ ਪੂਰੀ ਹੋ ਚੁੱਕੀ ਸੀ ਤੇ ਮੇਰੀ ਪਕੜ ਦਾ ਸਮਾਂ ਆ ਚੁੱਕਾ ਸੀ। ਉਸ ਦਿਨ ਮੇਰੇ ਉੱਤੇ ਦੁੱਖਾਂ ਦਾ ਅਜਿਹਾ ਪਹਾੜ ਟੁੱਟਿਆ ਜਿਸ ਨੂੰ ਸਹਿਣ ਦੀ ਮੇਰੇ ਵਿੱਚ ਹਿੰਮਤ ਵੀ ਨਹੀਂ ਸੀ। ਮੇਰੇ ਬੇਅੰਤ ਜ਼ੁਲਮ ਦਾ ਬਦਲਾ ਅੱਜ ਮੈਨੂੰ ਮਿਲਣ ਵਾਲਾ ਸੀ। ਹਜ਼ੂਰ, ਉਸ ਦਿਨ ਇੱਕ ਵਾਰ ਫੇਰ ਮੇਰੇ ਦਰਵਾਜ਼ੇ 'ਤੇ ਦਸਤਕ ਹੋਈ। ਮੈਂ ਫੇਰ ਇਹੀ ਸੋਚਿਆ ਕਿ ਕਾਜੀ ਦਾ ਸੁਨੇਹਾ ਆਇਆ ਹੋਵੇਗਾ, ਪਰ ਮੇਰੇ ਨੌਕਰ ਨੇ ਆ ਕੇ ਦੱਸਿਆ ਕਿ ਕੋਈ ਆਦਮੀ ਆਇਆ ਹੈ ਜੋ ਆਪਣੇ ਨਾਲ ਇੱਕ ਘੋੜਾ ਗੱਡੀ ਲੈ ਕੇ ਆਇਆ ਹੈ। ਮੈਂ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਇੱਕ ਆਦਮੀ ਦਰਵਾਜ਼ੇ 'ਤੇ ਖੜਾ ਹੈ ਤੇ ਆਪਣੇ ਨਾਲ ਘੋੜਾ ਗੱਡੀ ਲੈ ਕੇ ਆਇਆ ਹੈ। ਇਸ ਘੋੜਾ ਗੱਡੀ ਵਿੱਚ ਇੱਕ ਕਫਨ ਵਿੱਚ ਲਪੇਟੀ ਕਿਸੇ ਦੀ ਲਾਸ਼ ਦਿਖ ਰਹੀ ਸੀ, ਜਿਸ ਵਿੱਚ ਅਜੇ ਵੀ ਖੂਨ ਵਹਿ ਰਿਹਾ ਸੀ। ਮੈਂ ਕਫਨ ਹਟਾ ਕੇ ਵੇਖਿਆ ਤਾਂ ਮੇਰੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ। ਜਨਾਬ, ਉਹ ਖੂਨ ਨਾਲ ਲਥਪਥ ਲਾਸ਼ ਕਿਸੇ ਹੋਰ ਦੀ ਨਹੀਂ ਸਗੋਂ ਮੇਰੇ ਆਪਣੇ ਬੇਟੇ ਦੀ ਸੀ। ਆਪਣੇ ਬੇਟੇ ਦੀ ਲਾਸ਼ ਆਪਣੀ ਅੱਖਾਂ ਸਾਹਮਣੇ ਵੇਖ ਕੇ ਮੇਰੀ ਅਕਲ ਗੁੰਮ ਹੋ ਗਈ।
ਮੈਂ ਆਪਣੇ ਬੇਟੇ ਦੀ ਲਾਸ਼ ਨੂੰ ਚਿੰਬੜ ਕੇ ਤਾਹਾਂ ਮਾਰ ਕੇ ਰੋਇਆ। ਜਦੋਂ ਮੈਂ ਹੋਸ਼ ਵਿੱਚ ਆਇਆ ਤਾਂ ਮੈਂ ਘੋੜਾ ਗੱਡੀ ਲਿਆਉਣ ਵਾਲੇ ਆਦਮੀ ਨੂੰ ਪੁੱਛਿਆ ਕਿ ਮੇਰੇ ਬੇਟੇ ਦੀ ਇਹ ਹਾਲਤ ਕਿਵੇਂ ਹੋਈ ਹੈ। ਉਸ ਆਦਮੀ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ। ਉਸ ਦਾ ਕੰਮ ਲਾਸ਼ ਨੂੰ ਸਿਰਫ ਮੇਰੇ ਤੱਕ ਪਹੁੰਚਾਉਣਾ ਸੀ। ਮੈਂ ਸੋਚਿਆ ਕਿ ਸ਼ਾਇਦ ਉਸ ਵਿਧਵਾ ਔਰਤ ਨੇ ਮੈਨੂੰ ਸਜ਼ਾ ਦੇਣ ਲਈ ਮੇਰੇ ਬੇਟੇ ਨੂੰ ਕਤਲ ਕਰ ਦਿੱਤਾ ਹੋਵੇਗਾ, ਪਰ ਫਿਰ ਮੈਨੂੰ ਯਾਦ ਆਇਆ ਕਿ ਉਹ ਔਰਤ ਤਾਂ ਖੁਦ ਹੀ ਬਹੁਤ ਮੁਸੀਬਤਾਂ ਵਿੱਚ ਸੀ। ਉਹ ਜ਼ਿਆਦਾ ਤੋਂ ਜ਼ਿਆਦਾ ਕਾਜੀ ਕੋਲ ਸ਼ਿਕਾਇਤ ਕਰ ਸਕਦੀ ਸੀ। ਤਾਂ ਮੈਂ ਸੋਚਾਂ ਵਿੱਚ ਪੈ ਗਿਆ ਤੇ ਭਾਰੀ ਦਿਲ ਕਰਕੇ ਮੈਂ ਆਪਣੇ ਜਿਗਰ ਦੇ ਟੁਕੜੇ ਨੂੰ ਆਪਣੇ ਹੱਥਾਂ ਨਾਲ ਦਫਨ ਕੀਤਾ। ਰੱਬ ਕਿਸੇ ਨੂੰ ਵੀ ਐਸਾ ਸਮਾਂ ਨਾ ਦਿਖਾਵੇ ਜਦੋਂ ਇੱਕ ਬਾਪ ਆਪਣੀ ਔਲਾਦ ਨੂੰ ਦਫਨਾਵੇ। ਹੁਣ ਉਹ ਪਾਠਸ਼ਾਲਾ ਹੀ ਇੱਕ ਅਜਿਹੀ ਜਗ੍ਹਾ ਸੀ ਜਿੱਥੇ ਮੈਂ ਆਪਣੇ ਬੇਟੇ ਦੀ ਮੌਤ ਦੀ ਵਜ੍ਹਾ ਪਤਾ ਕਰ ਸਕਦਾ ਸੀ, ਜਿੱਥੇ ਉਹ ਆਪਣੀ ਪੜ੍ਹਾਈ ਕਰ ਰਿਹਾ ਸੀ। ਬਸਤੀ ਤੋਂ ਪਾਠਸ਼ਾਲਾ 2 ਦਿਨ ਦੀ ਦੂਰੀ 'ਤੇ ਸੀ। ਅਗਲੇ ਦਿਨ ਜਦੋਂ ਮੈਂ ਸਫ਼ਰ 'ਤੇ ਨਿਕਲਣ ਲਈ ਤਿਆਰ ਖੜਾ ਸੀ ਤਾਂ ਅਚਾਨਕ ਉਹੀ ਸੁਨੇਹਾ ਫੇਰ ਤੋਂ ਆ ਗਿਆ ਜੋ ਕਿ ਰੋਜ਼ ਚਿੱਠੀ ਲੈ ਕੇ ਆਉਂਦਾ ਸੀ। ਅੱਜ ਮੈਂ ਸੋਚਿਆ ਕਿ ਕਦੋਂ ਤੱਕ ਹਾਲਾਤਾਂ ਤੋਂ ਭੱਜਾਂਗਾ। ਹੁਣ ਤਾਂ ਮੈਂ ਆਪਣਾ ਬੇਟਾ ਵੀ ਗਵਾ ਦਿੱਤਾ ਹੈ। ਇਸ ਲਈ ਮੈਂ ਸਨੇਹਕਾਰ ਨੂੰ ਕਿਹਾ ਕਿ ਲਿਆਓ ਇਹ ਚਿੱਠੀ ਮੈਨੂੰ ਦੇ ਦਿਓ। ਉਸ ਨੇ ਇਹ ਖੱਤ ਮੇਰੇ ਹਵਾਲੇ ਕਰ ਦਿੱਤਾ। ਜਦੋਂ ਮੈਂ ਖੱਤ ਖੋਲ੍ਹ ਕੇ ਪੜ੍ਹਨ ਲੱਗਾ ਤਾਂ ਮੇਰੀ ਹਾਲਤ ਹੋਰ ਵੀ ਖਰਾਬ ਹੋ ਗਈ। ਇੰਨਾ ਕਹਿ ਕੇ ਹਾਮਿਦ ਇੱਕ ਵਾਰ ਫੇਰ ਰੁਕ ਗਿਆ ਤੇ ਆਪਣੇ ਹੰਝੂ ਪੂੰਝਦਾ ਹੋਇਆ ਕਹਿਣ ਲੱਗਾ, ਹਜੂਰ, ਮੈਂ ਹਜੇ ਵੀ ਇਹੀ ਸਮਝ ਰਿਹਾ ਸੀ ਕਿ ਉਸ ਔਰਤ ਨੇ ਕਾਜੀ ਕੋਲ ਮੇਰੀ ਸ਼ਿਕਾਇਤ ਕੀਤੀ ਹੋਵੇਗੀ ਤੇ ਇਹ ਖੱਤ ਕਾਜੀ ਵੱਲੋਂ ਮੈਨੂੰ ਸੱਦੇ ਦਾ ਪੈਗਾਮ ਹੈ। ਪਰ ਜਦੋਂ ਮੈਂ ਖੱਤ ਖੋਲ੍ਹ ਕੇ ਪੜ੍ਹਨ ਲੱਗਾ ਤਾਂ ਦਿਲ ਤੇ ਦਿਮਾਗ ਉੱਤੇ ਇੱਕ ਅਜਿਹਾ ਸਦਮਾ ਛਾ ਗਿਆ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਖੱਤ ਵਿੱਚ ਲਿਖਿਆ ਸੀ ਕਿ ਅੱਬਾ ਜਾਨ, ਮੈਂ ਕੁਝ ਦਿਨਾਂ ਤੋਂ ਬਹੁਤ ਬਿਮਾਰ ਹਾਂ। ਮੈਨੂੰ ਇੱਕ ਅਜੀਬ ਬਿਮਾਰੀ ਨੇ ਘੇਰ ਲਿਆ ਹੈ। ਸਵੇਰੇ ਸਵੇਰੇ ਮੇਰੀ ਕਮਰ ਤੋਂ ਖੂਨ ਨਾਲ ਭਰੇ ਫੋੜੇ ਬਣ ਜਾਂਦੇ ਨੇ ਤੇ ਸ਼ਾਮ ਤੱਕ ਉਹ ਫਟਣ ਨਾਲ ਮੇਰੀ ਕਮਰ 'ਤੇ ਖੂਨ ਵਹਿਣ ਲੱਗ ਜਾਂਦਾ ਹੈ। ਅੱਬਾ ਜਾਨ, ਮੈਂ ਬਹੁਤ ਤਕਲੀਫ ਵਿੱਚ ਹਾਂ। ਮੈਂ ਤੁਹਾਡੇ ਕੋਲ ਆ ਕੇ ਇਸ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੁੰਦਾ ਹਾਂ, ਜਾਂ ਫਿਰ ਤੁਸੀਂ ਅੱਜ ਹੀ ਮੇਰੇ ਕੋਲ ਆ ਜਾਓ। ਮੈਨੂੰ ਉਮੀਦ ਹੈ ਕਿ ਤੁਹਾਡੇ ਤੱਕ ਇਹ ਖੱਤ ਜਲਦੀ ਪਹੁੰਚੇਗਾ ਤੇ ਮੇਰਾ ਇਹ ਇੰਤਜ਼ਾਰ ਖਤਮ ਹੋ ਜਾਵੇਗਾ। ਹਜੂਰ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਦਰਅਸਲ ਉਹ ਖੱਤ ਮੇਰੇ ਬੇਟੇ ਨੇ ਭੇਜਿਆ ਸੀ। ਉਸ ਸਨੇਹਕਾਰ 10 ਦਿਨ ਤੱਕ ਮੇਰੇ ਦਰਵਾਜ਼ੇ 'ਤੇ ਆਉਂਦਾ ਰਿਹਾ ਤੇ ਮੈਂ ਉਹ ਚਿੱਠੀ ਪੜ੍ਹੀ ਨਹੀਂ ਤੇ ਮੈਂ ਪਾਗਲ ਸਮਝਦਾ ਰਿਹਾ ਕਿ ਇਸ ਔਰਤ ਨੇ ਕਾਜੀ ਕੋਲ ਮੇਰੀ ਸ਼ਿਕਾਇਤ ਕੀਤੀ ਹੈ। ਹਜੂਰ, ਉਸ ਮਜ਼ਲੂਮ ਵਿਧਵਾ ਨੇ ਦਰਅਸਲ ਕਾਜੀ ਕੋਲ ਨਹੀਂ ਸਗੋਂ ਉਸ ਰੱਬ ਦੇ ਕੋਲ ਸ਼ਿਕਾਇਤ ਕੀਤੀ ਸੀ ਜੋ ਸਭ ਤੋਂ ਵੱਡਾ ਇਨਸਾਫ ਕਰਨ ਵਾਲਾ ਹੈ। ਮੈਂ ਸ਼ਹਿਰ ਅਤੇ ਕਾਜੀ ਤੋਂ ਤਾਂ ਬਚ ਸਕਦਾ ਸੀ, ਪਰ ਉਸ ਖੁਦਾ ਦੀ ਗਿਰਫਤ ਤੋਂ ਕਿਵੇਂ ਬਚਦਾ ਜੋ ਪੂਰੀ ਕਾਇਨਾਤ ਦਾ ਮਾਲਕ ਹੈ। ਹੁਣ ਮੈਨੂੰ ਆਪਣੇ ਗੁਨਾਹ ਇੱਕ ਕਰਕੇ ਯਾਦ ਆਉਣ ਲੱਗੇ। ਇੱਕ ਗਰੀਬ ਪਰਿਵਾਰ ਦੀ ਹਾਂ ਨੇ ਮੇਰਾ ਐਸਾ ਹਾਲ ਕਰ ਦਿੱਤਾ ਕਿ ਮੈਨੂੰ ਆਪਣੇ ਬੇਟੇ ਦਾ ਭੇਜਿਆ ਹੋਇਆ ਖੱਤ ਵੀ ਸਮੇਂ 'ਤੇ ਪੜ੍ਹਨਾ ਨਸੀਬ ਨਾ ਹੋਇਆ। ਹਜੂਰ, ਇਹ ਦਿਨ ਹੈ ਤੇ ਅੱਜ ਦਾ ਦਿਨ ਮੈਂ ਸ਼ਹਿਰ ਦੀਆਂ ਗਲੀਆਂ ਵਿੱਚ ਸਬਕ ਦਾ ਪਾਤਰ ਬਣ ਕੇ ਫਿਰਦਾ ਹਾਂ। ਮੈਂ ਲਾਲਚ ਤੇ ਜ਼ੁਲਮ ਦੇ ਖੂਹ ਵਿੱਚ ਡਿੱਗਿਆ ਹੋਇਆ ਉਹਨਾਂ ਹੈਵਾਨਾਂ ਵਿੱਚੋਂ ਇੱਕ ਸੀ ਜਿਸ ਨੂੰ ਦੂਜਿਆਂ ਦੀਆਂ ਜ਼ਖਮਾਂ ਦੇਖ ਕੇ ਸਕੂਨ ਮਿਲਦਾ ਸੀ। ਗਰੀਬ ਤੇ ਕਮਜ਼ੋਰ ਦੇ ਜਿਸਮ ਤੋਂ ਖੂਨ ਵਗਦਿਆਂ ਦੇਖ ਕੇ ਖੁਸ਼ ਹੋਣ ਵਾਲਾ ਮੈਂ ਜ਼ਾਲਮ ਅੱਜ ਇਸ ਹਾਲਤ ਵਿੱਚ ਹਾਂ ਕਿ ਜਦੋਂ ਤੱਕ ਮੈਂ ਆਪਣੀ ਕਮਰ ਤੋਂ ਖੂਨ ਵਗਦਿਆਂ ਨਾ ਵੇਖ ਲਵਾਂ ਮੈਨੂੰ ਚੈਨ ਨਹੀਂ ਆਉਂਦਾ। ਹਜੂਰ, ਇੱਥੇ ਮੇਰੀ ਕਹਾਣੀ ਖਤਮ ਹੁੰਦੀ ਹੈ। ਹੁਣ ਤੁਸੀਂ ਦੱਸੋ ਕਿ ਮੈਂ ਇਸ ਗੱਲ ਦਾ ਹੱਕਦਾਰ ਨਹੀਂ ਹਾਂ ਕਿ ਸਭ ਦੇ ਸਾਹਮਣੇ ਆਹੇ ਵਿਚਕਾਰ ਮੈਨੂੰ ਕੋੜੇ ਮਾਰ ਕੇ ਜ਼ਖਮੀ ਕੀਤਾ ਜਾਵੇ। ਜਦੋਂ ਹਾਮਿਦ ਦੀ ਦਾਸਤਾਨ ਮੁਕੰਮਲ ਹੋਈ, ਦਰਬਾਰ ਵਿੱਚ ਸੰਨਾਟਾ ਛਾਇਆ ਹੋਇਆ ਸੀ। ਕਿਸੇ ਦਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਸੀ ਤੇ ਕਿਸੇ ਦਾ ਗੁੱਸੇ ਦੇ ਨਾਲ। ਫਿਰ ਬਾਦਸ਼ਾਹ ਨੇ ਹਾਮਿਦ ਨੂੰ ਸਮਝਾਉਂਦਿਆਂ ਹੋਇਆ ਕਿਹਾ, ਹਾਮਿਦ, ਤੇਰੀ ਦਾਸਤਾਨ ਸਿੱਖਿਆ ਦਾਇਕ ਹੈ।
ਤੂੰ ਜੋ ਜ਼ੁਲਮ ਕੀਤੇ ਉਸ ਦੀ ਸਜ਼ਾ ਤੈਨੂੰ ਮਿਲ ਚੁੱਕੀ ਹੈ। ਹੁਣ ਦਰਗਾਹ ਦਾ ਮਾਮਲਾ ਤੇਰਾ ਤੇ ਰੱਬ ਦਾ ਹੈ, ਇਸ ਲਈ ਤੂੰ ਖੁਦ ਤੇ ਜ਼ੁਲਮ ਕਰਕੇ ਹੋਰ ਗੁਨਾਹ ਇਕੱਠੇ ਨਾ ਕਰ, ਕਿਉਂਕਿ ਰੱਬ ਬਿਲਕੁਲ ਨਹੀਂ ਚਾਹੁੰਦਾ ਕਿ ਇਨਸਾਨ ਆਪਣੀ ਹੀ ਜਾਨ ਤੇ ਜ਼ੁਲਮ ਕਰੇ। ਹੁਣ ਮੇਰਾ ਤੈਨੂੰ ਇੱਕ ਮਸ਼ਵਰਾ ਹੈ ਕਿ ਆਪਣੀ ਰਾਹਤ ਤੇ ਚੈਨ ਦੀ ਖਾਤਰ ਉਸ ਦੌਲਤ ਨੂੰ ਜਿਸ ਦੀ ਖਾਤਰ ਤੈਨੂੰ ਇਹਨਾਂ ਹਾਲਾਤਾਂ ਵਿੱਚ ਪਾਇਆ ਹੈ, ਉਸ ਦੌਲਤ ਨੂੰ ਗਰੀਬਾਂ ਦੀ ਭਲਾਈ ਵਿੱਚ ਖਰਚ ਕਰ। ਬੇਸ਼ੱਕ ਉਹ ਰੱਬ ਬਹੁਤ ਹੀ ਰਹਿਮਦਿਲ ਹੈ, ਉਹਦੀ ਰਹਿਮਤ ਦਾ ਕੋਈ ਸਿਰਾ ਨਹੀਂ ਹੈ ਤੇ ਉਸ ਦਾ ਦਰਵਾਜ਼ਾ ਹਰ ਉਸ ਬੰਦੇ ਲਈ ਖੁੱਲ੍ਹਾ ਹੈ ਜੋ ਸੱਚੇ ਦਿਲ ਨਾਲ ਮਾਫੀ ਮੰਗਦਾ ਹੈ। ਜਦੋਂ ਇੱਕ ਬੰਦਾ ਆਪਣੇ ਗੁਨਾਹਾਂ ਤੇ ਪਛਤਾਵਾ ਕਰਦਾ ਹੈ ਤੇ ਆਪਣੇ ਰੱਬ ਦੇ ਸਾਹਮਣੇ ਸ਼ਰਮਿੰਦਾ ਹੁੰਦਾ ਹੈ, ਰੱਬ ਦੀ ਰਹਿਮਤ ਦਾ ਸਮੁੰਦਰ ਉਸ ਦੇ ਜੀਵਨ ਨੂੰ ਧੋ ਕੇ ਪਵਿੱਤਰ ਕਰ ਦਿੰਦਾ ਹੈ ਤੇ ਰੱਬ ਹਮੇਸ਼ਾ ਆਪਣੇ ਬੰਦਿਆਂ ਨੂੰ ਆਪਣੇ ਨੇੜੇ ਆਉਣ ਦਾ ਮੌਕਾ ਦਿੰਦਾ ਹੈ। ਸੋ ਜਦੋਂ ਰੱਬ ਦੀ ਅਦਾਲਤ ਵਿੱਚ ਫੈਸਲਾ ਹੁੰਦਾ ਹੈ ਤਾਂ ਨਾ ਹੀ ਕਿਸੇ ਵਕੀਲ ਦੀ ਲੋੜ ਹੁੰਦੀ ਹੈ ਤੇ ਨਾ ਹੀ ਕਿਸੇ ਦਲੀਲ ਦੀ, ਸਿਰਫ ਕਰਮਾਂ ਦੀ ਗਵਾਹੀ ਹੀ ਕਾਫੀ ਹੁੰਦੀ ਹੈ। ਹਾਮਦ ਦੀ ਕਹਾਣੀ ਇਹ ਸਬਕ ਦਿੰਦੀ ਹੈ ਕਿ ਜ਼ੁਲਮ ਤੇ ਲਾਲਚ ਦੇ ਰਾਹਾਂ ਤੇ ਚੱਲਣ ਵਾਲਾ ਇਨਸਾਨ ਰੱਬ ਦੇ ਇਨਸਾਫ ਤੋਂ ਕਦੇ ਨਹੀਂ ਬਚ ਸਕਦਾ। ਰੱਬ ਦਾ ਇਨਸਾਫ ਅਣਦੇਖ ਹੁੰਦਿਆਂ ਵੀ ਹਮੇਸ਼ਾ ਹਾਜ਼ਰ ਰਹਿੰਦਾ ਹੈ। ਜਦੋਂ ਹਾਮਦ ਨੇ ਆਪਣੇ ਕੀਤੇ ਜ਼ੁਲਮਾਂ ਦਾ ਪਛਤਾਵਾ ਕੀਤਾ, ਉਸ ਨੇ ਇਹ ਸਮਝ ਲਿਆ ਕਿ ਖੁਦਾ ਆਪਣੀ ਰਹਿਮਤ ਦੇ ਦਰਵਾਜ਼ੇ ਕਦੇ ਬੰਦ ਨਹੀਂ ਕਰਦਾ। ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜਦੋਂ ਤੱਕ ਇਹ ਇਨਸਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ, ਰੱਬ ਵੀ ਉਸ ਦੀ ਮਦਦ ਕਰਦਾ ਹੈ। ਜ਼ੁਲਮ ਕਰਨ ਨਾਲ ਮਿਲਣ ਵਾਲੀ ਖੁਸ਼ੀ ਇਨਸਾਨ ਦੀ ਜ਼ਿੰਦਗੀ ਵਿੱਚ ਅਜਿਹੀ ਅੱਗ ਲਗਾਉਂਦੀ ਹੈ ਜੋ ਉਸ ਦੇ ਆਪਣੇ ਸੁੱਖ ਚੈਨ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਸੱਚਾਈ ਇਹ ਹੈ ਕਿ ਜਦੋਂ ਰੱਬ ਦੀ ਅਦਾਲਤ ਵਿੱਚ ਫੈਸਲਾ ਹੁੰਦਾ ਹੈ ਤਾਂ ਨਾ ਹੀ ਕੋਈ ਰਿਆਇਤ ਹੁੰਦੀ ਹੈ ਤੇ ਨਾ ਹੀ ਕੋਈ ਦੂਜਾ ਮੌਕਾ। ਇਸ ਲਈ ਆਪਣੇ ਕਰਮਾਂ ਨੂੰ ਸਫਾਈ ਨਾਲ ਜੀਓ, ਕਿਉਂਕਿ ਰੱਬ ਨੇ ਇਨਸਾਫ ਦਾ ਰਸਤਾ ਹਮੇਸ਼ਾ ਸੱਚਾ ਹੁੰਦਾ ਹੈ।